ਅੱਜ ਦਾ ਆਪਣਾ ਟੌਪਿਕ ਹੈ ਯੂਜ਼ ਆਫ ਕਪੈਸਿਟਰ। ਮਤਲਬ ਆਪਾਂ ਕਪੈਸਿਟਰ ਦੀ ਵਰਤੋਂ ਕਿੱਥੇ ਕਿੱਥੇ ਕਰਦੇ ਹਾਂ। ਪਿਛਲੇ ਲੈਕਚਰ ਦੇ ਵਿੱਚ ਆਪਾਂ ਪੜ੍ਹਿਆ ਸੀ ਕਪੈਸਿਟਰ ਦੇ ਬਾਰੇ, ਕਪੈਸਿਟੈਂਸ ਦੇ ਬਾਰੇ ਅਤੇ ਉਹਨਾਂ ਦੀਆਂ ਟਾਈਪਾਂ ਬਾਰੇ। ਅੱਜ ਆਪਾਂ ਕਪੈਸਿਟਰ ਦੇ ਯੂਜ਼ ਪੜ੍ਹਾਂਗੇ, ਕਿੱਥੇ ਆਪਾਂ ਕਪੈਸਿਟਰ ਦੀ ਵਰਤੋਂ ਕਰਦੇ ਹਾਂ। ਫਸਟ ਹੈਗਾ ਇਨ ਮੋਟਰਸ। ਜਿਹੜੀਆਂ ਸਿੰਗਲ ਫੇਸ ਮੋਟਰਾਂ ਹੁੰਦੀਆਂ, ਮਸ਼ੀਨ ਹੁੰਦੀ ਹੈ, ਉਹ ਸੈਲਫ ਸਟਾਰਟ ਨਹੀਂ ਹੁੰਦੀਆਂ। ਉਹਨਾਂ ਨੂੰ ਸੈਲਫ ਸਟਾਰਟ ਬਣਾਉਣ ਵਾਸਤੇ ਉਹਨਾਂ ਵਿੱਚ ਆਪਾਂ ਕਪੈਸਿਟਰ ਦੀ ਵਰਤੋਂ ਕਰਦੇ ਹਾਂ। ਇਹ ਇੱਕ ਸਰਕਟ ਡਾਇਗਰਾਮ ਹੁੰਦਾ ਜੀ ਸਿੰਗਲ ਫੇਸ ਮੋਟਰ ਦਾ। ਇਹ ਵਿਚਾਲੇ ਰੋਟਰ ਹੁੰਦਾ, ਇਹ ਜੋ ਆਪਣੇ ਵਾਇੰਡਿੰਗਾਂ ਹੁੰਦੀਆਂ। ਸਿੰਗਲ ਫੇਸ ਮੋਟਰ ਦੇ ਵਿੱਚ ਦੋ ਵਾਇੰਡਿੰਗਾਂ ਹੁੰਦੀਆਂ ਹਨ, ਇੱਕ ਰਨਿੰਗ ਵਾਇੰਡਿੰਗ, ਦੂਜੀ ਸਟਾਰਟਿੰਗ ਵਾਇੰਡਿੰਗ। ਸਿੰਗਲ ਫੇਸ ਮੋਟਰ ਦੇ ਵਿੱਚ ਜਿਹੜੀ ਆਪਣੀ ਸਟਾਰਟਿੰਗ ਵਾਇੰਡਿੰਗ ਹੁੰਦੀ ਹੈ, ਉਸ ਦੇ ਸੀਰੀਜ਼ ਦੇ ਵਿੱਚ ਕਪੈਸਿਟਰ ਨੂੰ ਕਨੈਕਟ ਕੀਤਾ ਜਾਂਦਾ ਹੈ। ਕਪੈਸਿਟਰ ਕੀ ਕਰਦਾ ਜੀ, ਸਿੰਗਲ ਫੇਸ ਮੋਟਰ ਦੇ ਵਿੱਚ ਸਿੰਗਲ ਫੇਸ ਨੂੰ ਡਬਲ ਫੇਸ ਵਿੱਚ ਕਨਵਰਟ ਕਰ ਦਿੰਦਾ ਹੈ, ਜਿਹਦੇ ਨਾਲ ਕੀ ਹੈ ਸਿੰਗਲ ਫੇਸ ਮੋਟਰ ਸੈਲਫ ਸਟਾਰਟ ਬਣ ਜਾਂਦੀਆਂ ਹਨ। ਜਿਹੜੀ ਆਪਣੀ ਸਿੰਗਲ ਫੇਸ ਮੋਟਰ ਦੀ ਵਰਤੋਂ ਆਪਾਂ ਪੱਖਿਆਂ ਵਿੱਚ, ਕੂਲਰਾਂ ਵਿੱਚ ਕਰਦੇ ਹਾਂ। ਦੂਜੀ ਜਿੱਥੇ ਆਪਾਂ ਕਪੈਸਿਟਰ ਦੀ ਵਰਤੋਂ ਕਰਦੇ ਹਾਂ ਸਪਾਰਕਿੰਗ ਨੂੰ ਘੱਟ ਕਰਨ ਵਾਸਤੇ। ਆਪਣੇ ਜਿਹੜੇ ਪੈਟਰੋਲ ਵਾਲੇ ਇੰਜਨ ਹੁੰਦੇ ਆ ਉਸ ਵਿੱਚ ਕੀ ਹੈ ਪਲੱਗ ਹੁੰਦੇ ਹਨ। ਉਹਨਾਂ ਪਲੱਗਾਂ ਦੇ ਕੋਲ ਖੱਡੇ ਨਾ ਹੋਣ, ਸਪਾਰਕਿੰਗ ਘੱਟ ਕਰਨ ਵਾਸਤੇ ਆਪਾਂ ਉਹਨਾਂ ਦੇ ਪੈਰਲਲ ਦੇ ਵਿੱਚ ਕਪੈਸਿਟਰ ਦੀ ਵਰਤੋਂ ਕਰਦੇ ਹਾਂ। ਉਹਨਾਂ ਨੂੰ ਪੈਰਲਲ ਦੇ ਵਿੱਚ ਕਪੈਸਿਟਰ ਨੂੰ ਕਨੈਕਟ ਕਰ ਦਿੰਦੇ ਹਾਂ, ਜਿਹਦੇ ਕਰਕੇ ਉਹਨਾਂ ਦੇ ਆਸੇ ਪਾਸੇ ਪੁਆਇੰਟਾਂ 'ਤੇ ਖੱਡੇ ਨਹੀਂ ਹੁੰਦੇ ਸਪਾਰਕਿੰਗ ਕਰਕੇ। ਥਰਡ ਹੈ ਜੀ ਇਲੀਮੀਨੇਟਰ। ਇਲੀਮੀਨੇਟਰ ਦਾ ਮਤਲਬ ਵੀ ਕੋਈ ਚੀਜ਼ ਨੂੰ ਇਲੀਮੀਨੇਟ ਕਰਨਾ। ਜਿਹੜਾ ਆਪਣਾ ਕਪੈਸਿਟਰ ਹੈ, ਜਦੋਂ ਆਪਾਂ AC ਸਪਲਾਈ ਨੂੰ DC ਸਪਲਾਈ ਵਿੱਚ ਕਨਵਰਟ ਕਰਦੇ ਹਾਂ ਤਾਂ ਉਸ ਵਿੱਚ ਕੀ ਹੈ ਕੁਝ ਰਿਪਲ ਆ ਜਾਂਦੇ ਹਨ, ਕੰਪੋਨੈਂਟ ਆ ਜਾਂਦੇ ਹਨ AC ਸਪਲਾਈ ਦੇ। ਉਹਨਾਂ ਨੂੰ ਇਲੀਮੀਨੇਟ ਕਰਨ ਵਾਸਤੇ ਆਪਾਂ ਉਹਦੇ ਵਿੱਚ ਕਪੈਸਿਟਰ ਦੀ ਵਰਤੋਂ ਕਰਦੇ ਹਾਂ। ਆਪਾਂ AC ਨੂੰ DC ਵਿੱਚ ਕਨਵਰਟ ਕਰਦੇ ਹਾਂ ਹਾਫ ਵੇਵ ਰੈਕਟੀਫਾਇਰ ਨਾਲ ਜਾਂ ਫੁੱਲ ਵੇਵ ਰੈਕਟੀਫਾਇਰ ਨਾਲ। ਆਪਣੇ ਕੋਲ ਇਹ ਇੱਕ ਬ੍ਰਿਜ ਟਾਈਪ ਰੈਕਟੀਫਾਇਰ ਹੈ। ਇਹਨਾਂ ਦੋ ਟਰਮੀਨਲ ਤੋਂ ਆਪਾਂ DC ਸਪਲਾਈ ਲਵਾਂਗੇ ਅਤੇ ਇਹਨਾਂ ਤੋਂ ਆਪਾਂ AC ਸਪਲਾਈ ਦੇਵਾਂਗੇ ਰੈਕਟੀਫਾਇਰ ਨੂੰ। ਹੁਣ ਜਦੋਂ ਆਪਾਂ ਇੱਥੋਂ AC ਸਪਲਾਈ ਦਿੱਤੀ ਤਾਂ ਇਹ ਬ੍ਰਿਜ ਰੈਕਟੀਫਾਇਰ ਦੇ ਨਾਲ ਦੋਨੇ ਆਪਣੇ ਸਾਈਕਲ ਹੈ ਜਿਹੜੇ ਪੋਜ਼ੀਟਿਵ ਹਾਫ ਸਾਈਕਲ ਅਤੇ ਨੈਗੇਟਿਵ ਹਾਫ ਸਾਈਕਲ DC ਵਿੱਚ ਕਨਵਰਟ ਕਰ ਦੇਗਾ, ਜਿਹੜਾ ਆਪਣਾ ਬ੍ਰਿਜ ਰੈਕਟੀਫਾਇਰ ਹੈ। ਬਟ ਜਿਹੜਾ ਇਹ DC ਸਪਲਾਈ ਮਿਲੂਗੀ ਇਹ ਪਿਓਰ DC ਨਹੀਂ ਹੋਊਗੀ। ਇਹਦੇ ਵਿੱਚ ਕੀ ਹੈ AC ਦੇ ਰਿਪਲ ਜਾਂ ਕੰਪੋਨੈਂਟ ਹੋਣਗੇ। ਉਹਨਾਂ ਨੂੰ ਆਪਾਂ ਰਿਮੂਵ ਕਰਨ ਵਾਸਤੇ, ਇਲੀਮੀਨੇਟ ਕਰਨ ਵਾਸਤੇ ਜੋ ਆਪਣੇ DC ਟਰਮੀਨਲ ਹੈਗੇ ਆ ਇਹਨਾਂ ਦੇ ਅਕਰੋਸ ਕਪੈਸਿਟਰ ਨੂੰ ਕਨੈਕਟ ਕਰ ਦਾਂਗੇ। ਕਪੈਸਿਟਰ ਕੀ ਆ, ਇਹਨਾਂ ਵਿੱਚ ਜਿਹੜੇ ਆਪਣੇ DC ਸਪਲਾਈ ਆਊਟਪੁੱਟ 'ਤੇ ਨਿਕਲ ਰਹੀ ਆ ਉਹਦੇ ਵਿੱਚੋਂ ਆਪਾਂ ਨੂੰ ਜਿਹੜੇ AC ਕੰਪੋਨੈਂਟ ਹੈ ਉਹਨੂੰ ਇਲੀਮੀਨੇਟ ਕਰ ਦੇਗਾ। ਨੈਕਸਟ ਯੂਜ਼ ਹੈ ਜੀ ਉਹਦਾ ਫੋਰਥ, ਪਾਵਰ ਫੈਕਟਰ ਇੰਪਰੂਵਮੈਂਟ। ਕਪੈਸਿਟਰ ਦੀ ਵਰਤੋਂ ਆਪਾਂ ਪਾਵਰ ਫੈਕਟਰ ਨੂੰ ਇੰਪਰੂਵਮੈਂਟ ਕਰਨ ਵਾਸਤੇ ਕਰਦੇ ਹਾਂ। ਫਸਟ ਆਪਾਂ ਨੂੰ ਪਾਵਰ ਫੈਕਟਰ ਪਤਾ ਸਮਝਣਾ ਪਊ ਵੀ ਹੁੰਦਾ ਕੀ ਹੈ। ਪਾਵਰ ਫੈਕਟਰ ਕੀ ਹੁੰਦਾ ਜੀ, ਇਹ ਆਪਾਂ ਨੂੰ ਦੱਸਦਾ ਹੈ ਵੀ ਜਿਹੜੀ ਆਪਣੀ ਐਕਚੁਅਲ ਪਾਵਰ ਹੈ ਉਹ ਕਿੰਨੀ ਕਨਵਰਟ ਹੋਈ ਹੈ ਐਪਰੈਂਟ ਪਾਵਰ 'ਚੋਂ। ਮਤਲਬ ਐਪਰੈਂਟ ਪਾਵਰ, ਅਪੀਅਰ ਪਾਵਰ ਜਿਹੜੀ ਆਪਣੇ ਕੋਲੋਂ, ਮਤਲਬ ਮੰਨ ਲਓ ਕੋਈ ਆਪਣੇ ਕੋਲ ਜਨਰੇਟਰ ਹੈ ਉਹਦੇ 'ਚੋਂ ਆਪਾਂ ਨੂੰ ਐਪਰੈਂਟ ਪਾਵਰ ਮਿਲਦੀ ਹੈ। ਹੁਣ ਉਸ ਐਪਰੈਂਟ ਪਾਵਰ 'ਚੋਂ ਕਿੰਨੀ ਆਪਾਂ ਉਹਦੇ 'ਚ ਟਰੂ ਪਾਵਰ 'ਚ ਕਨਵਰਟ ਕੀਤੀ ਹੈ, ਯੂਜ਼ਫੁਲ ਪਾਵਰ 'ਚ,
ਜੇ ਉਹ ਆਪਾਂ ਨੂੰ ਪਾਵਰ ਫੈਕਟਰ ਦੱਸਦਾ ਹੈ। ਤਾਂ ਪਾਵਰ ਫੈਕਟਰ ਕੱਢਣ ਦਾ ਫਾਰਮੂਲਾ ਕੀ ਹੁੰਦਾ ਜੀ, ਟਰੂ ਪਾਵਰ ਜਾਂ ਐਕਟਿਵ ਪਾਵਰ ਡਿਵਾਈਡ ਬਾਏ ਐਪਰੈਂਟ ਪਾਵਰ। ਦੂਜਾ ਫਾਰਮੂਲਾ ਹੈ ਜੀ R ਬਾਏ Z। R ਕੀ ਹੁੰਦਾ ਆਪਣਾ ਰਜਿਸਟੈਂਸ, Z ਹੁੰਦੀ ਹੈ ਇੰਪੀਡੈਂਸ। ਥਰਡ ਫਾਰਮੂਲਾ ਹੈ ਜੀ VR ਬਾਏ V। VR ਮਤਲਬ ਵੋਲਟੇਜ ਅਕਰੋਸ ਰਜਿਸਟੈਂਸ, ਵੀ ਹੈ ਜੀ ਆਪਣਾ ਟੋਟਲ ਵੋਲਟੇਜ। ਇਹਨਾਂ ਫਾਰਮੂਲੇ ਤੋਂ ਆਪਾਂ ਕੀ ਹੈ ਪਾਵਰ ਫੈਕਟਰ ਪਤਾ ਕਰ ਸਕਦੇ ਹਾਂ। ਹੁਣ ਪਾਵਰ ਫੈਕਟਰ ਜਿਹੜਾ ਕਪੈਸਿਟਰ ਕਿਵੇਂ ਪ੍ਰੂਵ ਕਰਦਾ ਜੀ, ਉਹਨੂੰ ਸਮਝਣ ਤੋਂ ਪਹਿਲਾਂ ਆਪਾਂ ਨੂੰ ਰਿਲੇਸ਼ਨ ਦੇਖਣਾ ਪਊਗਾ ਵੋਲਟੇਜ ਐਂਡ ਕਰੰਟ ਇਨ ਕਪੈਸਿਟਰ। ਹੁਣ ਕਪੈਸਿਟਰ ਦੇ ਵਿੱਚ ਜਿਹੜਾ ਕਰੰਟ ਹੁੰਦਾ ਜੀ ਉਹ ਲੀਡ ਕਰਦਾ ਹੈ ਵਿਦ ਐਂਗਲ 90 ਡਿਗਰੀ। ਹੁਣ ਆਹ ਡਾਇਗਰਾਮ ਤੋਂ ਦੇਖ ਰਹੇ ਹੋ ਤੁਸੀਂ ਵੀ ਜਿਹੜਾ ਕਰੰਟ ਹੈ ਉਹ ਲੀਡ ਕਰ ਰਿਹਾ ਹੈ ਫਰੋਮ ਵੋਲਟੇਜ ਬਾਈ ਐਂਗਲ 90 ਡਿਗਰੀ। ਤਾਂ ਮੰਨ ਲਓ ਆਪਾਂ ਨੂੰ ਹੁਣ ਪਾਵਰ ਫੈਕਟਰ ਇੰਪਰੂਵਮੈਂਟ ਸਮਝਣ ਵਾਸਤੇ ਆਪਾਂ ਇੱਕ ਉਦਾਹਰਨ ਲਵਾਂਗੇ। ਮੰਨ ਲਓ ਆਪਣੇ ਕੋਲ ਇੱਕ ਕੋਈ ਮਸ਼ੀਨ ਹੈ ਜਿਹਦਾ ਪਾਵਰ ਫੈਕਟਰ ਹੈ 5:1 ਹੈ, ਮਤਲਬ ਜਿਹੜਾ ਉਹਨਾਂ ਦੇ ਵਿੱਚ ਐਂਗਲ ਹੈ ਲੈਗਿੰਗ ਹੈ, ਮਤਲਬ ਉਹਦਾ ਪਾਵਰ ਫੈਕਟਰ ਜਿਹੜਾ, ਅਤੇ ਜਿਹੜਾ ਵੋਲਟੇਜ ਅਤੇ ਕਰੰਟ ਦੇ ਵਿਚਲਾ ਜਿਹੜਾ ਐਂਗਲ ਆ ਉਹਨੂੰ 5:1 ਮੰਨ ਲੈਂਦੇ ਹਾਂ। ਤਾਂ ਉਸ ਦਾ ਜਿਹੜੀ ਉਸ ਮਸ਼ੀਨ ਦਾ ਆਪਾਂ ਨੂੰ ਪਾਵਰ ਫੈਕਟਰ ਪ੍ਰੂਵ ਕਰਨ ਵਾਸਤੇ ਆਪਾਂ ਉਸ ਵਿੱਚ ਕੀ ਇੱਕ ਕਪੈਸਿਟਰ ਲਾ ਦਿੱਤਾ। ਇੱਥੇ ਜਿਹੜਾ ਡਾਇਗਰਾਮ 'ਚ IC ਹੈ ਜੀ ਇਹ ਕਰੰਟ ਅਕਰੋਸ ਕਪੈਸਿਟਰ ਹੈ। ਤਾਂ ਆਪਾਂ ਨੂੰ ਪਤਾ ਜਿਹੜਾ ਕਰੰਟ ਹੁੰਦਾ ਹੈ ਕਪੈਸਿਟਰ ਦੇ ਅਕਰੋਸ ਉਹ 90 ਡਿਗਰੀ ਦੇ ਲੀਡ 'ਤੇ ਹੁੰਦਾ ਹੈ ਫਰੋਮ ਵੋਲਟੇਜ। ਤਾਂ ਜਿਹੜਾ ਇਹ ਰਿਜ਼ਲਟੈਂਟ ਕਰੰਟ ਤਿਆਰ ਹੋਊਗਾ ਉਹ ਕੀ ਹੈ ਜੀ ਆਪਣਾ ਇੰਪਰੂਵਮੈਂਟ ਹੋਊਗਾ ਹੁਣ ਇਸ ਵਿੱਚ ਜਿਹੜਾ ਨਿਊ I ਦੀ ਵੈਲਿਊ ਆਈ ਹੈ ਉਹਦੀ ਜਿਹੜਾ ਉਹਦਾ ਐਂਗਲ ਹੈ ਉਹ ਕੀ ਹੈ ਘਟ ਗਿਆ ਹੈ। ਪਹਿਲਾਂ ਕੀ ਐਂਗਲ ਕਿੰਨਾ ਸੀ 5:1 ਸੀ, ਹੁਣ 5:2 ਹੈ। 5:2 ਐਂਗਲ ਜਿਹੜਾ ਲੈਸਰ ਦੈਨ ਹੈ 5:1 ਦੇ। ਤਾਂ ਮਤਲਬ ਕੀ ਹੈ ਇਹਦੇ ਵਿਚਲਾ ਐਂਗਲ ਕੀ ਹੈ ਘਟ ਗਿਆ, ਮਤਲਬ ਕਿ ਪਾਵਰ ਫੈਕਟਰ ਕੀ ਹੈ ਇੰਪਰੂਵ ਹੋ ਗਿਆ। ਤਾਂ ਆਪਾਂ ਕੀ ਹੈ ਕਪੈਸਿਟਰ ਦੀ ਵਰਤੋਂ ਕੀ ਹੈ ਪਾਵਰ ਫੈਕਟਰ ਨੂੰ ਇੰਪਰੂਵ ਕਰਨ ਵਾਸਤੇ ਕਰਦੇ ਹਾਂ। ਫਿਫਥ ਜਿਹੜੀ ਆਪਾਂ ਵਰਤੋਂ ਕਰਦੇ ਹਾਂ ਜੀ ਕਪੈਸਿਟਰ ਦੀ ਰੇਡੀਓ ਜਾਂ ਟਰਾਂਜਿਸਟਰ ਵਿੱਚ। ਰੇਡੀਓ ਅਤੇ ਟਰਾਂਜਿਸਟਰ ਦੇ ਵਿੱਚ ਕਪੈਸਿਟਰ ਦੀ ਵਰਤੋਂ ਆਪਾਂ ਟਿਊਨਿੰਗ ਵਾਸਤੇ ਕਰਦੇ ਹਾਂ। ਧੰਨਵਾਦ।